ਸਾਡੇ ਨਾਲ ਇਸ ਸਮੇਂ ਨੇ ਸੂਬੇ ਦੇ ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਰੌਲਾ ਬਹੁਤ ਪੈ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬੀ ਤੇ ਪੰਜਾਬੀਅਤ ਇਹਨੂੰ ਨੁੱਕਰੇ ਲਾ ਦਿੱਤਾ। ਪੰਜਾਬ ਦੇ ਹਿੱਤ ਦਿੱਲੀ ਵਾਲਿਆਂ ਨੂੰ ਗਹਿਣੇ ਪਾ ਦਿੱਤੇ ਨੇ ਤੇ ਇਸ ਮੁਤਲਕ ਹੀ ਅਸੀਂ ਗੱਲਬਾਤ ਕਰਾਂਗੇ। ਭਾਈ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਤੁਹਾਨੂੰ ਵੀ ਨਿੱਜੀ ਤੌਰ ਤੇ ਹੈ ਕਿ ਜਾਂ ਪਾਰਟੀ ਤੌਰ ਤੇ ਸਮੱਸਿਆ ਹੈਗੀ ਕਿ ਜਿਹੜੇ 5 ਰਾਜ ਸਭਾ ਮੈਂਬਰ ਚੁਣੇ ਆਮ ਆਦਮੀ ਪਾਰਟੀ ਨੇ, ਇਹ ਗਲਤ ਆ? ਮੈਂ ਤਾਂ ਹਮੇਸ਼ਾ ਪੰਜਾਬ ਦੀ ਗੱਲ ਕਰਦਾ, ਕਿਉਂਕਿ ਦੋ ਤਾਂ ਦਿੱਲੀ ਦੇ ਹੀ ਹੈਗੇ ਆ ਔਰ ਇੱਕ ਜਿਹੜਾ ਆ ਉਹ ਇਹਨਾਂ ਦੇ ਜਿਹੜੇ MLA ਜਾਂ ਇਹਨਾਂ ਦੇ ਜਿਹੜੇ ਵਲੰਟੀਅਰ ਆ ਉਹਦੇ ਅਗੇਂਸਟ ਇਨਕੁਆਇਰੀ ਮੰਗਦੇ ਸੀ। ਲੁਧਿਆਣੇ ਦਾ ਇੱਕ ਆਕਸ਼ਨ ਹੋਈ ਸੀ ਤੇ ਮੈਂ ਤਾਂ ਇਹੀ ਕਿਹਾ ਵੀ ਭਗਵੰਤ ਮਾਨ ਜੀ ਇਹ ਸ਼ੁਰੂਆਤ ਚੰਗੀ ਹੈਗੀ ਆ ਤੇ ਤੁਸੀਂ ਕਿਉਂ ਨਹੀਂ ਉਹਦੀ ਇਨਕੁਆਇਰੀ ਕਰ ਲੈਂਦੇ। ਤੇ ਕੱਲ੍ਹ ਨੂੰ 23 ਮਾਰਚ ਵੀ ਹੈਗੀ ਆ, ਕਿਉਂਕਿ ਜਿਹੜੀ ਗੱਲ ਸ਼ੁਰੂਆਤ ਹੋਈ ਆ ਕਿ ਭਗਵੰਤ ਮਾਨ ਜੀ ਨੇ ਜਿਹੜਾ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਤੇ ਫਿਰ ਪ੍ਰਤਾਪ ਬਾਜਵਾ ਜੀ ਨੇ ਕਿਹਾ ਵੀ ਆਪਾਂ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜੇ ਬੁੱਤ ਲਾਉਣੇ ਚਾਹੀਦੇ ਵਿਧਾਨ ਸਭਾ ਦੇ ਵਿੱਚ, ਇਹ ਚੰਗੀ ਗੱਲ ਹੈ। ਮੈਂ ਮੁਬਾਰਕਬਾਦ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ। ਪਰ ਕੱਲਾ ਇਨਕਲਾਬ ਕਹਿਣ ਨਾਲ ਇਨਕਲਾਬ ਨਹੀਂ ਆਉਣਾ, ਸਾਨੂੰ ਕੰਮ ਕਰਨਾ ਪੈਣਾ। ਸਾਨੂੰ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਉਹਨਾਂ 'ਤੇ ਕੰਮ ਕਰਨਾ ਪਊਗਾ। ਇਹਨੂੰ ਸਿਸਟਮ ਨੂੰ, ਲੋਕੀ ਸਿਸਟਮ ਤੋਂ ਤੰਗ ਹੈ ਤੇ ਮੈਂ ਇਸ ਕਰਕੇ ਕਿਹਾ ਸੀ ਵੀ ਕੱਲ੍ਹ ਵੀ ਕਿਹਾ ਸੀ ਭਗਵੰਤ ਮਾਨ ਜੀ ਵੀ ਇਹ ਬਿਲਕੁਲ ਤੁਹਾਡੀ ਸਾਫ਼ ਸਲੇਟ ਹੈ ਵੀ ਹੁਣ ਤੋਂ ਜੋ ਸ਼ੁਰੂ ਕਰੋਗੇ ਉਹ ਤੁਹਾਡੇ ਨਾਂ 'ਤੇ ਲੱਗਣਾ ਹੈਗਾ। ਤੇ ਜਿਹੜੇ ਰਾਜ ਸਭਾ ਦੇ, ਇਹ ਪਹਿਲੀ ਗੱਲ ਤਾਂ ਆਮ ਬੰਦੇ ਆ ਕਿ ਖਾਸ ਹੈ, ਕਿਉਂਕਿ ਇਹ ਆਮ ਦੀ ਗੱਲ ਕਰਦੇ ਆ, ਖਾਸ ਦੀ ਗੱਲ ਤਾਂ ਕਰਦੇ ਹੀ ਨਹੀਂ ਹੈ। ਸੋ ਇਹ ਤਾਂ ਹੁਣ ਇਹਨਾਂ ਦੇ ਵਲੰਟੀਅਰ ਦੇਖਣਗੇ ਜਾਂ ਇਹ ਪੰਜਾਬ ਦੇ ਲੋਕ ਦੇਖਣਗੇ ਜਿਨ੍ਹਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਹੈਗਾ ਵੀ ਇਹ ਖਾਸ ਆ ਕਿ ਆਮ ਹੈਗੇ ਆ। ਮੈਂ ਤਾਂ ਇੰਨੀ ਗੱਲ ਕਰਦਾ। ਨਹੀਂ, ਜਿਹਨਾਂ ਨੇ ਇਹਨਾਂ ਮੰਗ ਕੀਤੀ ਸੀ ਉਹਨਾਂ 'ਚ ਤੁਹਾਨੂੰ ਲੱਗਦਾ ਕਿ ਅੱਜ ਤੁਹਾਡੇ ਸਾਹਮਣੇ ਬੈਠੇ ਸੱਤਾ ਧਿਰ ਵਾਲਾ ਵੀ ਉਹ MLA ਹੈਗੇ ਨੇ ਜਿਹੜੇ ਉਹ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਨਾਮਜ਼ਦਗੀ ਦਾਖਲ ਕੀਤੀ, ਉਹਨਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਜੀ? ਨਹੀਂ, ਇਹਨਾਂ ਨੇ ਡਿਮਾਂਡ ਕੀਤੀ ਸੀ, ਇਹਨਾਂ ਦੇ ਵਲੰਟੀਅਰਸ ਨੇ ਡਿਮਾਂਡ ਕੀਤੀ ਸੀ। ਮੈਂ ਤਾਂ ਉਹੀ ਗੱਲ ਕਰਦਾ, ਮੈਂ ਤਾਂ ਐਕਸਟਰਾ ਕੁਝ ਕਹਿ ਹੀ ਨਹੀਂ ਰਿਹਾ। ਮੈਂ ਤਾਂ ਕਹਿੰਦਾ ਵੀ ਹੁਣ ਸ਼ੁਰੂਆਤ ਹੈਗੀ ਆ ਤੇ ਕਿਉਂ ਨਾ ਨੇਕੀ ਔਰ ਪੂਛ ਆਪਾਂ ਸ਼ੁਰੂਆਤ ਹੀ ਇੱਥੋਂ ਕਰ ਲਈਏ। ਤੇ ਉਹਦੇ ਵਿੱਚ ਜੇ ਕੋਈ ਕਾਂਗਰਸੀ ਵੀ ਹੈਗਾ ਤੇ ਉਹ ਵੀ ਠੋਕ ਦਿਓ। ਮੈਂ ਤਾਂ ਕਦੀ ਕਿਸੇ ਦੀ ਇਸ ਗੱਲ ਦੀ ਸਪੋਰਟ ਵੀ ਨਹੀਂ ਕਰਦਾ। ਜਿਹੜੇ ਦਿੱਲੀ ਵਾਲਿਆਂ ਦਾ ਕੀ ਰੌਲਾ, ਉਹ ਬੜਾ ਲੌਜਿਕ ਦਿੰਦੇ ਨੇ ਕਿ ਜੇ ਹੁਣ ਮੌਜੂਦਾ ਜਿਹੜੇ ਸੈਂਟਰ 'ਚ ਵਜ਼ੀਰ ਨੇ ਹਰਦੀਪ ਸਿੰਘ ਪੁਰੀ ਉਹ UP ਤੋਂ ਨੇ, ਡਾਕਟਰ ਮਨਮੋਹਨ ਸਿੰਘ ਅਸਾਮ ਤੋਂ ਬਣਦੇ ਰਹੇ ਨੇ ਰਾਜ ਸਭਾ ਮੈਂਬਰ, ਐਡੀ ਕਿਹੜੀ ਗੱਲ ਹੈਗੀ ਹੈ? ਕੰਟਰੀ ਤਾਂ ਇੱਕ ਹੀ ਹੈ ਨਾ ਜੀ। ਨਹੀਂ, ਫਿਰ ਇੱਦਾਂ ਦੀਆਂ, ਇਹਦਾ ਮਤਲਬ ਪੰਜਾਬ ਨੂੰ ਰਿਪਰਜੈਂਟੇਸ਼ਨ ਨਹੀਂ ਚਾਹੀਦੀ। ਫਿਰ ਤਾਂ ਉਹ ਦਿੱਲੀ ਵਾਲੇ ਜੋ ਫਿਰ ਉੱਥੇ ਕਰ ਲੈਣ, ਫਿਰ ਉੱਥੇ ਹੀ ਕਰ ਲੈਣ। ਕਿਉਂਕਿ ਜਦੋਂ ਕੱਲ੍ਹ ਨੂੰ ਪੰਜਾਬ ਦੀ ਅਤੇ ਦਿੱਲੀ ਦੀ ਗੱਲ ਹੋਊਗੀ, ਕਿਉਂਕਿ ਇਹਨਾਂ ਦੇ ਹੁਣ ਇੱਕ ਜਿਹੜੇ ਨੋਮੀਨੇਟ ਕੀਤੇ ਹੈਗੇ ਉਹ ਤਾਂ ਕਹਿੰਦੇ ਵੀ ਹਾਂ ਵੀ ਦਿੱਲੀ ਨੂੰ ਤਾਂ ਅਸੀਂ ਪੰਜਾਬ ਵਾਲਿਆਂ ਨੇ ਪੋਲਿਊਟ ਕਰ ਦਿੱਤਾ ਬਹੁਤ, ਅਤੇ ਉਹ ਫਿਰ ਕੱਲ੍ਹ ਨੂੰ ਦਿੱਲੀ ਨਾ ਖੜਨਗੇ ਕਿ ਪੰਜਾਬ ਨਾ ਖੜਨਗੇ। ਕਿਉਂਕਿ ਖੱਟੜ ਜੀ ਨੇ ਵੀ ਪਿਛਲੇ ਦਿਨਾਂ ਸ਼ੁਰੂ ਕੀਤਾ ਵੀ ਹਾਂ ਵੀ ਅਸੀਂ SYL ਦਾ ਜਿਹੜਾ ਪਾਣੀ ਦੀ ਗੱਲ ਕਰਨੀ ਹੈਗੀ ਆ ਅਤੇ ਉਹ ਮੁੜ ਕੇ ਅਸੀਂ ਕਿਉਂਕਿ ਦਿੱਲੀ ਨੂੰ ਵੀ ਦੇਣਾ ਹੈਗਾ, ਅਤੇ ਹੁਣ ਉਹ ਫਿਰ ਜੇ ਇੱਦਾਂ ਦੀ ਗੱਲ ਹੋਊਗੀ ਫਿਰ ਦਿੱਲੀ ਨਾ ਖੜਨਗੇ, ਪੰਜਾਬ ਨਾ ਖੜਨਗੇ। ਜਿਹੜੀ ਗੱਲ ਮਨਮੋਹਨ ਸਿੰਘ ਹੋਣਾ ਦੀ, ਪਹਿਲੀ ਗੱਲ ਤਾਂ ਉਹਨਾਂ ਦਾ ਇਹਨਾਂ ਨਾਲ ਕੰਪੈਰੀਜ਼ਨ ਹੀ ਕੋਈ ਨਹੀਂ ਹੈ, ਕਿਉਂਕਿ ਕਿੱਥੇ ਉਹ ਵਰਲਡ ਲੈਵਲ ਦੇ ਅਰਥ ਸ਼ਾਸਤਰੀ ਔਰ ਕਿੱਥੇ ਇਹ ਬਾਕੀ ਗੱਲਾਂ। ਪਰ ਮੈਂ ਕਹਿੰਦਾ ਫਿਰ ਅਸਾਮ ਵਾਲਿਆਂ ਨੂੰ ਉਹਦੀ ਗੱਲ ਦੀ ਤਕਲੀਫ ਹੋਣੀ ਚਾਹੀਦੀ ਹੈ ਜਾਂ ਕਿਸੇ ਹੋਰ ਸੂਬੇ ਵਾਲਿਆਂ ਨੂੰ। ਮੈਂ ਤਾਂ ਪੰਜਾਬ ਦਾ ਹੈਗਾ, ਮੈਂ ਪੰਜਾਬ ਦੀ ਗੱਲ ਕਰੂੰਗਾ। ਮੈਂ ਪੰਜਾਬ ਦੀ ਗੱਲ ਕਿਉਂ ਨਾ ਕਰੂੰਗਾ? ਕਿਉਂਕਿ ਪੰਜਾਬ ਇੱਕ ਅਗਰੇਰੀਅਨ ਸਟੇਟ ਵੀ ਆ ਜਿੱਥੇ ਪਿਛਲੇ 1 ਸਾਲ ਕਿਸਾਨਾਂ ਨੇ ਬਹੁਤ ਵੱਡਾ ਸਟਰਗਲ ਕੀਤਾ। ਆਪਾਂ ਸਾਰਿਆਂ ਨੂੰ ਪਤਾ ਹੈਗਾ। ਚੰਗਾ ਹੁੰਦਾ ਜੇ ਕੋਈ ਚੰਗਾ ਐਗਰੀਕਲਚਰਿਸਟ ਉੱਥੇ ਭੇਜਦੇ, ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਗਰੀਕਲਚਰ, ਕਿਉਂਕਿ ਡਿਵਰਸੀਫਿਕੇਸ਼ਨ ਚਾਹੀਦੀ ਆ ਉੱਥੇ। ਜਿਹੜੀਆਂ ਪੋਲਿਸੀ ਮੈਟਰਸ 'ਤੇ ਕਿਤੇ ਗੱਲ ਹੋਵੇ, ਕੋਈ ਬਿੱਲ ਆਵੇ ਤਾਂ ਉਹਨੂੰ ਡਿਫੈਂਡ ਕਰ ਸਕੇ। ਇਹ ਪੰਜਾਬ ਨੂੰ ਇਸ ਗੱਲ 'ਤੇ ਡਿਫੈਂਡ ਕਰ ਸਕਣਗੇ। ਮੈਨੂੰ ਲੱਗਦਾ ਕਿ ਰਾਘਵ ਚੱਡਾ ਜਾਂ ਸੰਦੀਪ ਪਾਠਕ ਆ, ਉਹ ਪੰਜਾਬ ਦੀ ਗੱਲ ਨਹੀਂ ਕਰਨਗੇ, ਉਹ ਆਪਣੇ ਸੂਬੇ ਦੀ ਗੱਲ ਕਰੇਗਾ। ਨਹੀਂ, ਡੈਫੀਨੇਟਲੀ ਉਹ ਪੰਜਾਬ ਦੀ ਗੱਲ ਕਿਉਂ ਕਰਨਗੇ? ਕਿਉਂਕਿ ਪਹਿਲਾਂ ਤਾਂ ਉਹ ਤਾਂ ਪਹਿਲਾਂ ਹੀ ਕਰ ਚੁੱਕੇ ਆ ਵੀ ਹਾਂ ਵੀ ਪੰਜਾਬ ਨੇ ਦਿੱਲੀ ਦਾ ਜਿਹੜਾ ਦਿੱਲੀ ਨੂੰ ਬਹੁਤ ਪੋਲਿਊਟ ਕਰ ਦਿੱਤਾ। ਇਹ ਜਿਹੜੇ ਬਾਕੀ 3 ਜੀ, ਚਾਹੇ ਉਹ ਲਵਲੀ ਯੂਨੀਵਰਸਿਟੀ ਆ, ਚਾਹੇ ਲੁਧਿਆਣਾ ਦਾ ਬਿਜ਼ਨਸਮੈਨ ਆ, ਚਾਹੇ ਹਰਭਜਨ ਹੋਣੀ, ਮੈਂ ਤਾਂ ਚਲੋ ਬਾਕੀ ਮੈਂ ਨਹੀਂ, ਪੰਜਾਬ ਦੀ ਗੱਲ, ਜਦੋਂ ਪੰਜਾਬ ਦੀ ਗੱਲ ਆਉਂਦੀ ਆ ਉਹਦੇ ਵਿੱਚ ਸਾਫ਼ ਸੁਥਰਾ ਬੰਦਾ ਭੇਜੋ। ਮੈਂ ਤਾਂ ਇਸੇ ਕਰਕੇ ਕਿਹਾ ਵੀ ਇਹਨਾਂ ਦੀ ਪਾਰਟੀ ਨੇ ਉਦੋਂ ਇਨਕੁਆਇਰੀ ਮੰਗੀ ਸੀ ਲੁਧਿਆਣੇ ਵਾਲੇ ਸਕੈਮ ਦੇ ਵਿੱਚ, ਅਤੇ ਇਹ ਹੁਣ ਕਰ ਲੈਣ। ਹੁਣ ਕੀ ਆ ਬਈ, ਸ਼ੁਰੂਆਤ ਹੀ ਕਰਨੀ ਆ ਨਾ। ਇਹਨਾਂ ਦੀ ਸਾਫ਼ ਸਲੇਟ ਹੈਗੀ ਆ ਤਾਂ ਫਿਰ ਇਕੱਲਾ ਇਨਕਲਾਬ ਕਹਿ ਕੇ ਇਨਕਲਾਬ ਨਹੀਂ ਆਉਣਾ, ਉਹਦੇ 'ਤੇ ਕੰਮ ਕਰਨਾ ਪਊਗਾ। ਤੁਹਾਨੂੰ ਲੱਗਦਾ ਕਿ ਜਦੋਂ ਹਾਈਕਮਾਨ ਦਾ ਮਸਲਾ ਆ ਜਾਂਦਾ ਹੈਗਾ ਤਾਂ ਫਿਰ ਸਾਰੇ ਚੁੱਪ ਕਰਕੇ ਬੈਠ ਜਾਂਦੇ ਕਿ ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ, ਜਿਹੜਾ ਪਾਰਟੀ ਨੇ ਕਹਿ ਤਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈਗਾ ਜੀ। ਪੰਜਾਬੀ ਨੂੰ ਪੰਜਾਬੀਅਤ ਲਈ ਖੜਨਾ ਚਾਹੀਦਾ ਹੈਗਾ।
ਅਸੀਂ ਕਿੰਨਾ ਕੁ ਚਿਰ ਇਹ ਗੱਲਾਂ ਨੂੰ ਸੁਣੀ ਜਾਵਾਂਗੇ, ਕਿੰਨਾ ਕੁ ਚਿਰ ਇਹ ਸੋਚੀ ਜਾਵਾਂਗੇ। ਰੈਜ਼ਿਸਟੈਂਸ ਹੋਣੀ ਚਾਹੀਦੀ ਆ, ਕਿਉਂ ਨਹੀਂ ਹੋਣੀ ਚਾਹੀਦੀ? ਜਦੋਂ ਪੰਜਾਬ ਸੂਬੇ ਦੀ ਗੱਲ ਆਉਂਦੀ ਹੈ ਤਾਂ ਪੰਜਾਬੀਅਤ ਦੀ ਗੱਲ ਆਉਣੀ ਹੈਗੀ ਆ। ਵੈਸੇ ਬਤੌਰ ਸਪੋਰਟਸ ਪਰਸਨ ਹਰਭਜਨ ਸਿੰਘ ਦਾ ਰਾਜ ਸਭਾ ਜਾਣਾ ਸਵਾਗਤ ਕਰਦੇ ਤੁਸੀਂ? ਨਹੀਂ, ਹਾਂ, ਚੰਗਾ ਖਿਡਾਰੀ ਸੀਗਾ, ਜਾ ਕੇ ਮਿਹਨਤ ਕਰੇ, ਬਾਅਦ 'ਚ ਜਿਹੜੀਆਂ ਪਾਲਿਸੀਜ਼ ਹੈਗੀਆਂ ਉੱਥੇ, ਕਿਉਂਕਿ ਇਕੱਲਾ ਇਹ ਇੱਦਾਂ ਬਹਿ ਕੇ ਜਾਂ, ਕਿਉਂਕਿ ਦੇਖੋ ਤੇਂਦੁਲਕਰ ਵੀ ਗਏ ਹੈਗੇ ਆ, ਹੋਰ ਵੀ ਬੰਦੇ ਗਏ ਹੈਗੇ ਆ, ਇਹ ਠੀਕ ਆ ਵੀ ਉਸ ਲੈਵਲ ਦਾ ਕੈਲੀਬਰ ਹੈਗਾ, ਪਰ ਸਾਨੂੰ ਉਹਦੇ 'ਤੇ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਉੱਥੇ ਜਾ ਕੇ ਕੁਐਸਚਨਿੰਗ ਵੀ ਕਰਨੀ ਚਾਹੀਦੀ ਹੈ। ਸਾਨੂੰ ਉੱਥੇ ਜੋ ਸਾਨੂੰ ਉੱਥੇ ਬੋਲਣ ਦੀ ਜਿਹੜੀ ਜ਼ਰੂਰਤ ਹੈਗੀ ਹੈ, ਸਾਨੂੰ ਬੋਲਣਾ ਵੀ ਚਾਹੀਦਾ। ਉਹਦੀ ਇੰਪਲੀਮੈਂਟੇਸ਼ਨ ਵੀ ਲਿਆ ਕੇ ਆਪਣੇ ਆਪਣੇ ਏਰੀਏ 'ਚ ਕਰਾਉਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੇ 92 ਆਮ ਆਦਮੀ ਪਾਰਟੀ ਦੇ ਲੋਕਾਂ ਨੇ ਮਨ ਭਰੇ ਵਿਧਾਇਕ ਦੇ ਦਿੱਤੇ ਹੈਗੇ ਵੀ ਆਹ ਲਓ, ਪੰਜਾਬ ਨੇ ਇੱਕ ਵਾਰ ਦਿਖਾਤਾ ਵੀ ਤੁਸੀਂ ਵੀ ਆਪਣਾ ਰੀਝ ਲਾ ਲਓ, ਕਿ ਉਹ ਪਹਿਲੇ ਟੈਸਟ 'ਚ ਫੇਲ ਹੋ ਗਈ ਆਮ ਆਦਮੀ ਪਾਰਟੀ? ਨਹੀਂ, ਅੱਜ ਹੀ ਹਜੇ, ਕਿਉਂਕਿ ਕੱਲ੍ਹ ਹੀ ਨੋਮੀਨੇਸ਼ਨ ਹੋਈ ਹੈ ਨਾ, ਇਹ ਤਾਂ ਹੁਣ ਇਹਨਾਂ ਦੇ ਵਲੰਟੀਅਰ ਦੱਸਣਗੇ ਵੀ ਹਾਂ ਵੀ ਪੰਜਾਬ ਦੇ ਲੋਕ ਦੱਸਣਗੇ ਵੀ ਹਾਂ ਵੀ ਇਹ ਆਮ ਬੰਦੇ ਭੇਜੇ ਆ ਰਾਜ ਸਭਾ ਦੇ ਵਿੱਚ। ਕਿਉਂਕਿ ਤੁਹਾਨੂੰ ਯਾਦ ਹੋਣਾ, ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਦੋਂ ਇਹਨਾਂ ਨੇ ਨੋਮੀਨੇਟ ਕਰਨਾ ਸੀ CM ਦਾ ਚਿਹਰਾ, ਤੇ ਉਦੋਂ ਇਹਨਾਂ ਨੇ ਉਹ ਇੱਕ ਮਿਸ ਕਾਲਿੰਗ ਕਰਵਾਈ ਸੀ ਵੀ ਹਾਂ ਵੀ ਪੰਜਾਬ ਦੇ, ਕਹਿੰਦੇ ਜੀ 21 ਲੱਖ ਲੋਕਾਂ ਨੇ, ਵੈਸੇ ਹੈ ਤਾਂ ਉਹ ਫਰਾਡ ਸੀਗਾ। ਨਵਜੋਤ ਸਿੰਘ ਸਿੱਧੂ ਨੇ ਉਹਦੇ 'ਤੇ ਪ੍ਰੈਸ ਕਾਨਫਰੰਸ ਕੀਤੀ ਸੀ, ਕਿਸੇ ਨੇ ਜਵਾਬ ਨਹੀਂ ਦਿੱਤਾ, ਪਰ ਹੁਣ ਵੀ ਕੋਈ ਮਿਸ ਕਾਲ ਮਰਵਾ ਲੈਂਦੇ, ਤਾਂ ਕਿ ਪਤਾ ਤਾਂ ਲੱਗਦਾ ਵੀ ਹਾਂ ਵੀ ਲੋਕੀ ਕਿਹਨੂੰ ਚਾਹੁੰਦੇ ਹੈਗੇ ਆ। ਲੋਕੀ ਇਹ ਚਾਹੁੰਣਗੇ ਵੀ ਹਾਂ ਵੀ ਸਾਡੇ ਜਿਹੜੇ ਚੰਗੇ ਚਿਹਰੇ ਆ ਉੱਥੇ ਜਾਣ। ਜੀ, ਤੁਹਾਡੀ ਪਾਰਟੀ ਦੇ ਲੀਡਰ ਨੇ, ਉਹਨਾਂ ਕੱਲ੍ਹ ਟਵੀਟ ਕੀਤਾ, ਇਲੈਕਸ਼ਨ 'ਚ ਕੰਮ ਕਰਕੇ ਵੀ ਗਏ ਅਲਕਾ ਲਾਂਬਾ, ਉਹਨਾਂ ਨੇ ਇੱਕ ਟਵੀਟ ਕੀਤਾ ਹੈ, ਕਹਿੰਦੇ ਹੁਣ ਦਾਜ ਦੇ ਵਿੱਚ ਰਾਜ ਸਭਾ ਵੀ ਮਿਲਣ ਲੱਗ ਪਈ ਹੈਗੀ। ਤੁਹਾਨੂੰ ਕੋਈ ਹੈਗੀ ਨੌਲੇਜ? ਨਹੀਂ, ਮੈਨੂੰ ਪਤਾ ਇਸ ਗੱਲ ਦਾ। ਉਹਨੇ ਤਾਂ ਇਹ ਵੀ ਕਿਹਾ ਹੈਗਾ ਵੀ ਤੁਸੀਂ ਇਹ ਦਿੱਲੀ ਵਾਲਾ ਮਾਡਲ ਤੁਸੀਂ ਪੰਜਾਬ ਵਾਲਿਆਂ ਨੇ ਇਹਦੇ ਵਿੱਚ ਧੋਖਾ ਖਾ ਲਿਆ, ਅਤੇ ਇਹ ਹੁਣ ਜਿਹੜੀ ਇਹ ਗਰੰਟੀਆਂ ਦੀ ਗੱਲ ਕਰਦਾ, ਮੈਂ ਤਾਂ ਕੱਲ੍ਹ ਵੀ ਕਹੀ ਸੀਗੀ ਕਿ ਜਿਹੜਾ ਨੰਬਰ ਇਸ਼ੂ ਕਰਨਾ ਵੀ ਹਾਂ ਵੀ ਇਹਦੇ ਨਾਲ ਕਰਪਸ਼ਨ ਹਟ ਜੂਗੀ, ਇਹ ਪਹਿਲਾਂ ਨਹੀਂ ਕਿਤੇ ਨੰਬਰ ਇਸ਼ੂ ਹੋਏ। ਪਹਿਲਾਂ ਵੀ ਪੁਲਿਸ ਨੇ ਇੱਦਾਂ ਦੇ ਬਹੁਤ ਨੰਬਰ ਦਿੱਤੇ ਹੈਗੇ ਆ ਵੀ ਹਾਂ ਵੀ ਤੁਸੀਂ ਇਹਦੇ 'ਤੇ ਕਾਲ ਕਰੋ, ਆਪਣੀ ਡਿਟੇਲ ਦੱਸੋ ਅਤੇ ਅਸੀਂ ਕਰਪਸ਼ਨ ਫਰੀ ਕਰ ਦਾਂਗੇ, ਇਹਦੇ ਨਾਲ ਕਰਪਸ਼ਨ ਫਰੀ ਹੋ ਜਾਊਗੀ। ਉਹਨੇ ਤਾਂ ਇਹ ਵੀ ਗੱਲ ਕਹੀ ਸੀ ਅਲਕਾ ਲਾਂਬਾ ਨੇ ਵੀ ਇਹ ਦਿੱਲੀ ਵਿੱਚ ਵੀ ਜਦੋਂ ਕੇਜਰੀਵਾਲ ਜੀ ਚੀਫ ਮਿਨਿਸਟਰ ਬਣੇ ਆ, ਅਤੇ ਉਹਨਾਂ ਨੇ ਵੀ ਇੱਕ ਨੰਬਰ ਇਸ਼ੂ ਕੀਤਾ ਸੀ ਵੀ ਦਿੱਲੀ ਦੇ ਵਿੱਚ ਕਰਪਸ਼ਨ ਹਟ ਗਈ। ਮਤਲਬ ਅਸੀਂ ਧੋਖਾ ਖਾ ਗਏ ਪੰਜਾਬ ਵਾਲੇ? ਅਤੇ ਕਿਉਂ ਨਹੀਂ, ਮੈਨੂੰ ਤਾਂ ਦੇਖੋ ਡੈਫੀਨੇਟਲੀ ਲੱਗਦਾ ਹੈਗਾ, ਪਰ ਇਟ ਇਜ਼ ਟੂ ਅਰਲੀ। ਇਹ ਜ਼ਿਆਦਾ ਕਾਹਲੀ ਹੋਊਗੀ, ਮੇਰਾ ਖਿਆਲ ਹੈ ਕੰਮ ਕਰਨਾ ਚਾਹੀਦਾ, ਇਹਨਾਂ ਨੂੰ ਕੰਮ ਲਈ ਸਮਾਂ ਦੇਣਾ ਚਾਹੀਦਾ। ਅੱਜ ਵੀ CM ਸਾਹਿਬ ਨੇ ਇਹ ਗੱਲ ਕਹੀ ਹੈਗੀ ਆ ਕਿ ਹਾਂ ਵੀ ਸਾਡੇ ਬੰਦੇ ਜਿਹੜੇ ਪ੍ਰਿਪੇਅਰ ਨਹੀਂ ਹੈਗੇ, ਜਿਹੜਾ 3 ਮਹੀਨੇ ਦਾ ਬਜਟ ਹੈਗਾ, ਅਸੀਂ ਕਿਹਾ ਠੀਕ ਆ, ਜੇ ਕੋਈ ਗੱਲ ਨਹੀਂ, ਕੰਮ ਵੀ ਕਰੋ ਨਾਲ ਪ੍ਰੈਪਰੇਸ਼ਨ ਵੀ ਕਰ ਲਓ, ਅਤੇ ਫਿਰ 3 ਮਹੀਨਿਆਂ ਤਾਈਂ ਜਦੋਂ ਜਿਹੜਾ ਰੈਗੂਲਰ ਸੈਸ਼ਨ ਆਊਗਾ ਅਤੇ ਉਹਦੇ 'ਚ ਪੁੱਛ ਲਾਂਗੇ। ਅੱਛਾ, ਕਿ ਤੁਸੀਂ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਹ 'ਤੇ, ਕਿਉਂਕਿ ਉਸ ਬਿਲਡਿੰਗ ਦੇ ਵਿੱਚ ਤੁਸੀਂ ਵੀ 3 ਵਾਰ ਮੈਂਬਰ ਰਹਿ ਚੁੱਕੇ ਜੇ, ਉਹ ਤੀਜੀ ਵਾਰ ਜੇ, ਉੱਥੇ ਪਹਿਲਾਂ ਤਸਵੀਰਾਂ ਹੁੰਦੀਆਂ ਸੀ, ਉਹ ਹੈਰੀਟੇਜ ਬਿਲਡਿੰਗ ਆ, ਉੱਥੇ ਨਾ ਫੋਟੋ ਲੱਗ ਸਕਦੀ ਹੈ ਨਾ ਬੁੱਤ ਲੱਗ ਸਕਦੇ ਹੈਗੇ ਜੀ। ਨਹੀਂ ਦੇਖੋ, ਇਹ ਤਾਂ ਹੁਣ ਇਹਨਾਂ ਨੇ ਜੇ ਰੈਜ਼ੋਲਿਊਸ਼ਨ ਲਿਆਂਦਾ ਤਾਂ ਇਹ ਸਾਰੀਆਂ ਗੱਲਾਂ ਨੂੰ ਘੋਖ ਕਰਕੇ ਹੀ ਲਿਆਂਦਾ ਹੋਊਗਾ, ਕਿਉਂਕਿ ਜੇ ਰੈਜ਼ੋਲਿਊਸ਼ਨ ਜਿਹੜਾ ਚੀਫ ਮਿਨਿਸਟਰ ਜਦੋਂ ਸਰਕਾਰ ਲੈ ਕੇ ਆਉਂਦੀ ਆ, ਤਾਂ ਮੈਨੂੰ ਲੱਗਦਾ ਫਿਰ ਉਹ ਡਿਪਾਰਟਮੈਂਟਸ ਤੋਂ, ਹੋ ਸਕਦਾ ਇਹਨਾਂ ਨੂੰ ਡਾਇਰੈਕਟਲੀ ਨਾ ਪਤਾ ਹੋਵੇ, ਪਰ ਡਿਪਾਰਟਮੈਂਟ ਤੋਂ ਪੁੱਛ ਕੇ ਹੀ, ਜਿਹੜਾ ਡਿਪਾਰਟਮੈਂਟ ਇਹਨੂੰ ਹੈਂਡਲ ਕਰਦਾ ਹੈਗਾ, ਉਹਨੂੰ ਪੁੱਛ ਕੇ ਹੀ ਮੈਨੂੰ ਲੱਗਦਾ ਲਿਆਉਣਾ ਚਾਹੀਦਾ। ਅੱਛਾ, ਹੋਰ ਹੁਣ ਤੁਹਾਡੀ ਪਾਰਟੀ ਓਪੋਜੀਸ਼ਨ ਲੀਡਰ ਕਦ ਤੱਕ ਫਾਈਨਲ ਕਰੇ ਕੁਛ ਹੈ ਜੀ? ਮੈਨੂੰ ਲੱਗਦਾ ਕੁਛ ਦਿਨਾਂ ਦੇ ਵਿੱਚ ਜਿਹੜਾ ਆ ਉਹ, ਕਿਉਂਕਿ ਮੈਨੂੰ ਲੱਗਦਾ ਪ੍ਰੈਜ਼ੀਡੈਂਟ ਵੀ ਬਣਾਉਣਾ ਹੈਗਾ, ਤਾਂ ਲੀਡਰ ਆਫ ਓਪੋਜੀਸ਼ਨ ਵੀ ਬਣਨਾ ਹੈਗਾ, ਸੋ ਮੈਨੂੰ ਲੱਗਦਾ ਕੁਛ ਦਿਨਾਂ ਦੇ ਵਿੱਚ ਫਾਈਨਲਾਈਜ਼ ਹੋ ਜਾਊਗਾ। ਅਜੇ ਹਾਰ ਤੋਂ ਬਾਅਦ ਪਾਰਟੀ ਨੇ ਮੰਥਨ ਨਹੀਂ ਕੋਈ ਕੀਤਾ ਹੈਗਾ ਕਿ ਹੌਸਲੇ ਹੀ ਹਾਰ ਗਏ ਜੀ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, ਮੈਂ ਤਾਂ ਬੜੀਆਂ ਜਿੱਤਾਂ ਹਾਰਾਂ ਦੇਖੀਆਂ ਹੈਗੀਆਂ, ਮੈਨੂੰ ਲੱਗਦਾ ਦੁਬਾਰਾ ਰਿਕਵਰ ਕਰਕੇ ਜਿਹੜੀਆਂ ਗੱਲਾਂ, ਨਹੀਂ ਮੰਥਨ ਹੋਇਆ ਵੀ ਹੈਗਾ ਆ, ਇਹੋ ਜਿਹੀ ਗੱਲ ਨਹੀਂ ਹੈ, ਚਾਹੇ ਪਾਰਸ਼ਲ ਹੋਇਆ, ਪੂਰਾ ਨਹੀਂ ਹੋਇਆ। ਔਰ ਮੈਂ ਤਾਂ ਈਵਨ ਕਿ ਸਾਰਿਆਂ ਨੂੰ ਇਹ ਗੱਲ ਕਹੀ ਹੈਗੀ ਆ ਵੀ ਹੁਣ ਇੱਕ ਦੂਸਰੇ 'ਤੇ ਜਿਹੜੀਆਂ ਸਟੇਟਮੈਂਟਸ ਬੰਦ ਕਰੋ ਔਰ ਆਪਾਂ ਇਹਨੂੰ ਦੁਬਾਰਾ ਰਿਵਾਈਵ ਕਰਾਈਏ, ਕਿਉਂਕਿ ਡੈਮੋਕ੍ਰੇਸੀ ਦੀ ਬਿਊਟੀ ਇਹ ਹੁੰਦੀ ਹੈ ਕਿ ਓਪੋਜੀਸ਼ਨ ਵੀ ਉਨੀ ਇੰਪੋਰਟੈਂਟ ਹੁੰਦੀ ਹੈ ਜਿੰਨੀ ਸਰਕਾਰ, ਕਿਉਂਕਿ ਜਦੋਂ ਸਰਕਾਰ ਵੀ ਤਾਂ ਹੀ ਜ਼ਿਆਦਾ ਬੈਟਰ ਪਰਫਾਰਮ ਕਰੂਗੀ ਜਦੋਂ ਓਪੋਜੀਸ਼ਨ ਬਿਹਤਰ ਰੋਲ ਜਿਹੜਾ ਪਲੇ ਕਰੂਗੀ। ਤੁਹਾਨੂੰ ਲੱਗਦਾ ਬਹੁਤ ਸਾਰੀਆਂ ਕਮੀ ਰਹਿ ਗਈਆਂ ਕਿ ਹਨੇਰੀ ਸੀ? ਨਹੀਂ, ਕਮੀਆਂ ਵੀ ਰਹੀਆਂ ਹੈਗੀਆਂ ਲੋਕਾਂ ਦਾ। ਬੇਸਿਕਲੀ ਦੇਖੋ, ਪੰਜਾਬੀ 20-25 ਸਾਲਾਂ ਬਾਅਦ ਇੱਕ ਵਾਰੀ ਇਹੋ ਜਿਹਾ ਮੈਂਡੇਟ ਵੀ ਦਿੰਦਾ ਹੈਗਾ, ਮੈਨੂੰ ਲੱਗਦਾ ਇਹ ਪੋਲੀਟੀਕਲ ਕਰੈਕਸ਼ਨ ਹੈ, ਇਹਦੇ 'ਚ ਕੋਈ ਹਰਜ ਨਹੀਂ ਹੈ। ਔਰ ਜੋ ਲੋਕਾਂ ਦਾ ਮੈਂਡੇਟ ਆ ਉਹਨੂੰ ਖਿੜੇ ਮੱਥੇ ਪ੍ਰਵਾਨ ਵੀ ਕਰਨਾ ਚਾਹੀਦਾ ਅਤੇ ਇੰਟਰੋਸਪੈਕਸ਼ਨ ਵੀ ਕਰਨੀ ਚਾਹੀਦੀ ਆ, ਅਤੇ ਇਹਦੇ ਵਿੱਚ ਜਦੋਂ ਜਿਹੜੀਆਂ ਪੋਲੀਟੀਕਲ ਕਰੈਕਸ਼ਨਸ ਹੋਣਗੀਆਂ ਉਹ ਪੰਜਾਬ ਦੀ ਬਿਹਤਰੀ ਲਈ ਹੋਣਗੀਆਂ।
86 ਦੇ ਕਰੀਬ ਨਵੇਂ ਐਮਐਲਏ ਨੇ ਔਰ ਮਿਨਿਸਟਰੀ ਤੇ ਸਾਰੀ ਨਵੀਂ ਹੈਗੀ ਹੈ। ਤੁਹਾਨੂੰ ਲੱਗਦਾ ਕਿ ਸਟੇਟ ਨੂੰ ਬੈਨੀਫਿਟ ਮਿਲੇਗਾ? ਨੌਜਵਾਨ ਚਿਹਰੇ ਆਏ ਨੇ ਜੀ। ਦੇਖੋ ਇਹਦੇ ਦੋਨੇ ਪਹਿਲੂ ਹੈਗੇ ਆ, ਕਿਉਂਕਿ ਜੇ ਤੁਸੀਂ ਇੱਕ ਬਿਲਕੁਲ ਵਾਈਟ ਸਲੇਟ ਹੋ, ਜੇ ਤੁਹਾਡੇ ਇੰਟੈਂਸ਼ਨਸ ਠੀਕ ਹੈਗੀਆਂ ਤੇ ਤੁਸੀਂ ਕੰਮ ਠੀਕ ਕਰ ਲਓਗੇ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਾਂ ਵੀ ਕਿਉਂਕਿ ਐਕਸਪੀਰੀਅੰਸ ਬਿਊਰੋਕਰੇਸੀ ਹੈਗੀ ਆ ਉਹਦੇ ਨਾਲ, ਕਿਉਂਕਿ ਅਲਟੀਮੇਟਲੀ ਇੰਨਾ ਜ਼ਰੂਰ ਹੈਗਾ ਭਈ ਦੇਖੋ ਘੋੜਾ ਆ ਬਿਊਰੋਕਰੇਸੀ ਦਾ, ਉਹਦੇ 'ਤੇ ਜਿਹੜਾ ਚਲਾਉਣ ਵਾਲਾ ਉਹ ਕਿੱਦਾਂ ਚਲਾਉਂਦਾ, ਗੱਲ ਤਾਂ ਐਕਚੁਅਲੀ ਉਹ ਹੈਗੀ ਆ। ਕਿਉਂਕਿ ਜਿਹੋ ਜਿਹਾ ਤੁਸੀਂ ਉਹਨੂੰ ਜਿਹੋ ਜਿਹਾ ਚਲਾ ਲਓਗੇ ਉੱਦਾਂ ਦਾ ਉਹ ਚੱਲ ਪੈਣਗੇ। ਔਰ ਉਹਦੇ ਨਾਲ ਇਹਨਾਂ ਨੂੰ ਕੋਈ ਐਕਸਪਰਟ ਕਮੇਟੀਜ਼ ਬਣਾ ਲੈਣੀਆਂ ਚਾਹੀਦੀਆਂ, ਜੇ ਕੋਈ ਹੋਰ ਸਲਾਹਕਾਰ ਦੀ ਜ਼ਰੂਰਤ ਹੈਗੀ ਹੈ, ਸਲਾਹ ਲੈਣ ਦੀ ਜ਼ਰੂਰਤ ਹੈਗੀ। ਕਿਉਂਕਿ ਤੁਸੀਂ ਐਡਮਿਨਿਸਟ੍ਰੇਸ਼ਨ ਪਾਰਟੀ ਵੀਰੇ ਖੁਦ ਆਫਿਸਰ ਵੀਰੇ, ਪੰਜਾਬ ਦੀ ਅਫਸਰਾਂ ਬਾਰੇ ਲੋਕੀ ਖੁੱਲ੍ਹ ਕੇ ਕਹਿੰਦੇ ਹੈਗੇ ਕਿ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੈਗਾ। ਇਹ ਤਾਂ ਤੁਹਾਡੀ ਆਪਣੀ ਕਾਬਲੀਅਤ 'ਤੇ ਡਿਪੈਂਡ ਕਰਦਾ। ਵੈਸੇ ਬਿਊਰੋਕਰੇਸੀ ਤਾਂ ਇੱਕ ਘੋੜੇ ਦੀ ਤਰ੍ਹਾਂ ਹੁੰਦੀ ਆ, ਉਹ ਤਾਂ ਉਹਦੇ ਚਾਲਕ 'ਤੇ ਡਿਪੈਂਡ ਕਰਦਾ ਵੀ ਉਹ ਉਹਨੂੰ ਕਿੱਦਾਂ ਚਲਾਉਂਦਾ। ਆਪ ਸਵਾਰੀ ਕਰ ਲਓ ਜਾਂ ਕਰਵਾ ਦਿਓ। ਹਾਂ ਦੇਖੋ, ਜਾਂ ਤਾਂ ਕਈ ਵਾਰੀ ਇਹ ਵੀ ਹੁੰਦਾ ਵੀ ਉਹ ਘੋੜਾ ਤੁਹਾਨੂੰ ਕਿਤੇ ਨਾ ਕਿਤੇ ਸਿੱਟ ਵੀ ਦਿੰਦਾ, ਇਹ ਵੀ ਤੁਹਾਨੂੰ ਹੀ ਧਿਆਨ ਰੱਖਣਾ ਪੈਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਠੀਕ ਤਰ੍ਹਾਂ ਇਹਨੂੰ ਚਲਾ ਸਕਣਗੇ। ਚਲੋ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਉਹ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਆ ਕਿ ਸਭ ਤੋਂ ਵੱਡੀ ਗੱਲ ਆ ਕਿ ਭਗਵੰਤ ਸਿੰਘ ਮਾਨ ਹੋਣਾ ਨੇ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ, ਲੇਕਿਨ ਜਿਹੜਾ ਪਹਿਲਾ ਉਹਨਾਂ ਦਾ ਇਮਤਿਹਾਨ ਇਹ ਸੀ ਕਿ ਜਿਹੜੇ ਰਾਜ ਸਭਾ ਮੈਂਬਰ ਭੇਜੇ ਹੈਗੇ ਨੇ ਉਹਦੇ 'ਤੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਹਾਲਾਂਕਿ ਪਾਰਟੀ ਦੇ ਅੰਦਰ ਵੀ ਹੈ, ਲੇਕਿਨ ਪਾਰਟੀ ਦੇ ਅੰਦਰ ਜਿਹੜੇ ਕਨਸੂਮਾਂ ਨੇ ਉਹ ਬਾਹਰ ਵੀ ਆ ਰਹੀਆਂ ਨੇ, ਲੇਕਿਨ ਖੁੱਲ੍ਹ ਕੇ ਨਹੀਂ ਬੋਲ ਰਿਹਾ। ਲੇਕਿਨ ਵਿਰੋਧੀਆਂ ਨੇ ਬੁਰੀ ਤਰ੍ਹਾਂ ਘੇਰ ਲਿਆ ਅਤੇ ਹਾਲੇ ਤੱਕ ਭਗਵੰਤ ਸਿੰਘ ਮਾਨ ਉਹਨਾਂ ਨੇ ਸਥਿਤੀ ਇੰਨੀ ਕਿ ਸਪਸ਼ਟ ਕੀਤੀ ਹੈਗੀ ਆ, ਜਾਂ ਉਹਦੇ ਜਿਹੜੇ ਪਾਰਟੀ ਦੇ ਬਾਕੀ ਵਿਧਾਇਕ ਨੇ, ਕਿ ਡਾਕਟਰ ਮਨਮੋਹਨ ਸਿੰਘ ਵੀ ਅਸਾਮ ਤੋਂ ਰਾਜ ਸਭਾ ਮੈਂਬਰ ਬਣਦੇ ਰਹੇ ਨੇ। ਪਰ ਬਹੁਤ ਵੱਡੇ ਸਵਾਲ ਨੇ ਕਿ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ, ਦਿੱਲੀ ਦੇ ਨਾਲ ਵੀ, ਹਰਿਆਣੇ ਦੇ ਨਾਲ ਵੀ, ਅਤੇ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਵੀ। ਉਦੋਂ ਪਤਾ ਲੱਗੇਗਾ ਕਿ ਜਿਹੜੇ ਰਾਜ ਸਭਾ ਮੈਂਬਰ ਚੁਣੇ ਨੇ ਉਹ ਉੱਪਰ ਰਾਜ ਸਭਾ ਦੇ ਵਿੱਚ ਕਿੰਨੀ ਪੰਜਾਬ ਦੀ ਵਕਾਲਤ ਕਰਦੇ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।